ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਗਰਮੀ ਨੇ ਤੋੜੇ ਸਾਰੇ ਰਿਕਾਰਡ, ਗਰਮੀ ਦੇ ਕਾਰਨ ਹੋਈਆਂ ਕਈ ਮੌਤਾਂ। ਏਅਰ ਕੈਨੇਡਾ ਨੇ ਭਾਰਤ ਦੀਆਂ ਉਡਾਨਾਂ ਦੇ ਬਾਰੇ ਦਿੱਤੀ ਜਾਣਕਾਰੀ, ਟਵਿੱਟਰ ਤੇ ਦੱਸਿਆ ਕਦੋਂ ਸ਼ੁਰੂ ਹੋਣਗੀਆਂ ਭਾਰਤ ਦੇ ਨਾਲ ਉਡਾਨਾਂ। ਬ੍ਰਿਟਿਸ਼ ਕੋਲੰਬੀਆ 'ਚ ਲਾਗੂ ਹੋਣ ਜਾ ਰਿਹਾ ਤੀਸਰਾ ਪੜਾਅ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਾਸਕ ਪਾਉਣ ਤੋਂ ਦਿੱਤੀ ਗਈ ਰਾਹਤ। ਜੂਨ ਮਹੀਨੇ ਨਿਕਲੇ ਕਈ PNP ਡਰਾਅ, ਜਾਣੋ ਕਿੰਨੇ ਉਮੀਦਵਾਰਾਂ ਨੂੰ ਮਿਲੇ ਸੱਦੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਵਰਡੋਜ਼ ਦੇ ਕਾਰਨ ਗਈਆਂ ਕਈ ਜਾਨਾਂ, ਸਾਲ ਦੇ ਪਹਿਲੇ 5 ਮਹੀਨਿਆਂ ਦੌਰਾਨ 851 ਮੌਤਾਂ। ਸਰੀ RCMP ਨੇ ਕੀਤਾ ਵਿਅਕਤੀ ਕਾਬੂ, ਕੁਝ ਸਮੇਂ ਬਾਅਦ ਹੋਈ ਵਿਅਕਤੀ ਦੀ ਮੌਤ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਸਮੇਂ ਕਾਫੀ ਜ਼ਿਆਦਾ ਗਰਮੀ ਪੈ ਰਹੀ ਹੈ। ਹੀਟ ਵੇਵ ਦੇ ਕਾਰਨ ਕਾਫੀ ਜ਼ਿਆਦਾ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਪਰ ਦੂਜੇ ਪਾਸੇ ਅਜਿਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਜਾਨ ਇਸ ਗਰਮੀ ਦੇ ਕਾਰਨ ਚਲੀ ਗਈ ਹੈ। ਬਰਨਵੀ ਤੋਂ ਵੀ ਮਾਮਲਾ ਸਾਹਮਣੇ ਆਇਆ, ਜਿੱਥੇ ਹੀਟ ਵੇਵ ਦੇ ਕਾਰਨ 34 ਦੇ ਕਰੀਬ 2 ਦਿਨਾਂ ਦੇ ਅੰਦਰ ਜਾਨਾਂ ਚਲੀ ਗਈਆਂ। ਸਰੀ ਤੋਂ ਵੀ ਅਜਿਹੀ ਜਾਣਕਾਰੀ ਮਿਲੀ ਹੈ ਤੇ ਦੂਜੇ ਪਾਸੇ ਜਾਨਵਰਾਂ ਦੀ ਮੌਤ ਸੰਬੰਧੀ ਵੀ ਅਪਡੇਟ ਸਾਹਮਣੇ ਆ ਰਹੀ ਹੈ। ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ ਇਸ ਸਮੇਂ ਕਾਫੀ ਜ਼ਿਆਦਾ ਗਰਮੀ ਪੈ ਰਹੀ ਹੈ। ਇਸ ਹੀਟ ਵੇਵ ਦੇ ਕਾਰਨ ਕਈ ਜਾਨਾਂ ਵੀ ਜਾ ਰਹੀਆਂ ਨੇ। ਬਰਨਵੀ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਰਨਵੀ ਦੇ ਵਿੱਚ 2 ਦਿਨਾਂ ਦੌਰਾਨ 34 ਜਾਨਾਂ ਹੀਟ ਵੇਵ ਦੇ ਕਾਰਨ ਗਈਆਂ ਹਨ। ਇੱਥੇ ਕੁਝ ਜਗ੍ਹਾ ਦੇ ਉੱਪਰ ਤਾਪਮਾਨ 42 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। ਬਰਨਵੀ RCMP ਵੱਲੋਂ ਟਵਿੱਟਰ ਪੋਸਟ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸੋਮਵਾਰ ਨੂੰ 15 ਜਾਨਾਂ ਇਸ ਗਰਮੀ ਦੇ ਕਾਰਨ ਗਈਆਂ। ਮੰਗਲਵਾਰ ਨੂੰ ਇਹ ਗਿਣਤੀ 19 ਦੀ ਰਹੀ, ਜਿਸ ਦਾ ਮਤਲਬ ਹੈ ਕਿ 2 ਦਿਨਾਂ ਦੇ ਅੰਦਰ 34 ਜਾਨਾਂ ਇਸ ਗਰਮੀ ਦੇ ਕਾਰਨ ਚਲੀਆਂ ਗਈਆਂ। 911 ਆਪਰੇਟਰਸ ਨੂੰ ਵੀ ਇਸ ਸੰਬੰਧੀ ਕਾਫੀ ਜ਼ਿਆਦਾ ਕਾਲਸ ਆ ਰਹੀਆਂ ਹਨ। 27 ਜੂਨ ਨੂੰ 911 ਨੂੰ ਜੋ ਕਾਲਸ ਆਈਆਂ, ਉਹਨਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਰਹੀ ਹੈ। ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਚਿਲਾਵੈਕ ਦੇ ਰੈਪਟਾਈਲ ਰੂਮ ਦੇ ਵਿੱਚ ਕਈ ਜਾਨਵਰਾਂ ਦੀ ਮੌਤ ਹੀਟ ਵੇਵ ਦੇ ਕਾਰਨ ਹੋ ਗਈ। ਲੇਟਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰਮੀ ਦੇ ਰਿਕਾਰਡ ਟੁੱਟੇ, ਜਿੱਥੇ ਤਾਪਮਾਨ 47.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸਰੀ RCMP ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ 13 ਅਚਾਨਕ ਮੌਤਾਂ ਦੀ ਜਾਣਕਾਰੀ ਮਿਲੀ। ਕਾਂਸਟੇਬਲ ਸਰਬਜੀਤ ਸੰਘਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੋਮਵਾਰ ਨੂੰ ਉਹਨਾਂ ਨੂੰ 22 ਮੌਤਾਂ ਦੀ ਜਾਣਕਾਰੀ ਮਿਲੀ, ਜਦਕਿ ਮੰਗਲਵਾਰ ਨੂੰ ਇਹ ਗਿਣਤੀ 13 ਰਹੀ। ਇਹਨਾਂ ਮੌਤਾਂ ਦਾ ਕਾਰਨ ਜੋ ਇਸ ਸਮੇਂ ਵੱਧ ਗਰਮੀ ਪੈ ਰਹੀ ਹੈ ਉਹ ਦੱਸਿਆ ਗਿਆ। ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ 31 ਜੁਲਾਈ ਤੱਕ ਰੋਕ ਲਗਾਈ ਗਈ ਹੈ। ਏਅਰ ਕੈਨੇਡਾ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਇੱਕ ਵਾਰ ਫਿਰ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਗਸਤ ਮਹੀਨੇ ਭਾਰਤ ਦੇ ਨਾਲ ਉਡਾਨਾਂ ਚਲਾਈਆਂ ਜਾਣਗੀਆਂ। ਟਵਿੱਟਰ ਦੇ ਉੱਪਰ ਜੋ ਭਾਰਤ ਦੀਆਂ ਉਡਾਨਾਂ ਸੰਬੰਧੀ ਏਅਰ ਕੈਨੇਡਾ ਤੋਂ ਸਵਾਲ ਪੁੱਛੇ ਜਾ ਰਹੇ ਨੇ, ਇਸ ਦਾ ਜਵਾਬ ਦਿੰਦਿਆਂ ਉਹਨਾਂ ਨੇ ਦੱਸਿਆ ਹੈ ਕਿ 1 ਅਗਸਤ ਤੋਂ ਭਾਰਤ ਦੇ ਨਾਲ ਉਡਾਨਾਂ ਚਲਾਈਆਂ ਜਾਣਗੀਆਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਏਅਰ ਕੈਨੇਡਾ ਵੱਲੋਂ ਉਡਾਨਾਂ ਚਲਾਉਣ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ, ਪਰ ਬਾਅਦ ਦੇ ਵਿੱਚ ਜਦੋਂ ਆਫੀਸ਼ੀਅਲ ਇਸ ਦਾ ਐਲਾਨ ਹੋਇਆ ਤੇ ਪਤਾ ਚੱਲਿਆ ਕਿ ਭਾਰਤ ਦੇ ਨਾਲ ਅਗਲੇ 30 ਦਿਨਾਂ ਦੀ ਉਡਾਨਾਂ ਰੱਦ ਰਹਿਣਗੀਆਂ। ਏਅਰ ਕੈਨੇਡਾ ਵੱਲੋਂ ਭਾਰਤ ਦੇ ਨਾਲ ਉਡਾਨਾਂ ਸੰਬੰਧੀ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। ਏਅਰ ਕੈਨੇਡਾ ਵੱਲੋਂ ਟਵਿੱਟਰ ਦੇ ਉੱਪਰ ਯਾਤਰੀਆਂ ਵੱਲੋਂ ਸਵਾਲ ਪੁੱਛੇ ਜਾ ਰਹੇ ਨੇ ਕਿ ਭਾਰਤ ਦੇ ਨਾਲ ਕੈਨੇਡਾ ਵੱਲੋਂ ਉਡਾਨਾਂ ਕਦੋਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦਾ ਜਵਾਬ ਦਿੰਦਿਆਂ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਦਿੱਲੀ ਤੋਂ ਟੋਰਾਂਟੋ ਦੀਆਂ ਉਡਾਨਾਂ ਅਗਸਤ 1, 2021 ਤੋਂ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ ਵੈਨਕੂਵਰ ਤੋਂ ਦਿੱਲੀ ਦੀਆਂ ਉਡਾਨਾਂ ਦੀ ਸ਼ੁਰੂਆਤ ਅਗਸਤ 16, 2021 ਤੋਂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਹੀ ਏਅਰ ਕੈਨੇਡਾ ਵੱਲੋਂ ਭਾਰਤ ਦੇ ਨਾਲ ਉਡਾਨਾਂ ਚਲਾਉਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ, ਪਰ ਬਾਅਦ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਆਫੀਸ਼ੀਅਲ ਅਨਾਉਂਸਮੈਂਟ ਹੋਈ, ਜਿਸ ਦੇ ਵਿੱਚ ਭਾਰਤ ਨਾਲ ਉਡਾਨਾਂ ਦੇ ਉੱਪਰ ਅਗਲੇ ਇੱਕ ਹੋਰ ਮਹੀਨੇ ਦੇ ਲਈ ਰੋਕ ਲਗਾ ਦਿੱਤੀ ਗਈ, ਜਿਸ ਦਾ ਮਤਲਬ ਹੈ ਕਿ ਇਹ ਰੋਕ ਹੁਣ ਜੁਲਾਈ 21 ਤੱਕ ਜਾਰੀ ਰਹਿਣ ਵਾਲੀ ਹੈ। ਇੱਕ ਵਾਰ ਫਿਰ ਤੋਂ ਭਾਰਤ ਦੇ ਨਾਲ ਉਡਾਨਾਂ ਸੰਬੰਧੀ ਏਅਰ ਕੈਨੇਡਾ ਵੱਲੋਂ ਆਪਣੇ ਟਵਿੱਟਰ ਹੈਂਡਲ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਕੁਝ ਯੂਜ਼ਰਸ ਦਾ ਜਵਾਬ ਦਿੰਦਿਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਿੱਲੀ ਤੋਂ ਟੋਰਾਂਟੋ ਦੇ ਵਾਸਤੇ ਅਗਸਤ 1 ਨੂੰ ਅਤੇ ਵੈਨਕੂਵਰ ਤੋਂ ਦਿੱਲੀ ਦੇ ਵਾਸਤੇ 16 ਅਗਸਤ ਤੋਂ ਉਡਾਨਾਂ ਚਲਾਈਆਂ ਜਾਣਗੀਆਂ। ਦੱਸਣਯੋਗ ਹੈ ਕਿ ਭਾਰਤ ਦੇ ਨਾਲ ਉਡਾਨਾਂ ਚਲਾਉਣ ਸੰਬੰਧੀ ਅਜੇ ਕੋਈ ਵੀ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਗਈ। ਸਰਕਾਰ ਵੱਲੋਂ ਇਹਨਾਂ ਉਡਾਨਾਂ ਸੰਬੰਧੀ ਅਜੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ, ਪਰ ਏਅਰ ਕੈਨੇਡਾ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਇੱਕ ਵਾਰ ਫਿਰ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਭਾਰਤ ਦੇ ਨਾਲ ਉਡਾਨਾਂ ਕਦੋਂ ਚਲਾਈਆਂ ਜਾਣਗੀਆਂ।
ਬ੍ਰਿਟਿਸ਼ ਕੋਲੰਬੀਆ ਵੱਲੋਂ ਕਰੋਨਾ ਪਾਬੰਦੀਆਂ ਦੇ ਵਿੱਚ ਰਾਹਤ ਦੇਣ ਸੰਬੰਧੀ ਆਪਣੀ ਰੀਓਪਨਿੰਗ ਪਲਾਨ ਨੂੰ ਸਾਂਝਾ ਕੀਤਾ ਗਿਆ, ਜਿਸ ਦੇ ਤੀਸਰੇ ਪੜਾਅ ਦੀ ਸ਼ੁਰੂਆਤ ਜੁਲਾਈ 1 ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਣ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਹੁਣ ਹੋਰ ਵੀ ਜ਼ਿਆਦਾ ਰਾਹਤ ਦਿੱਤੀ ਜਾਵੇਗੀ। ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਹੋਰ ਕਿਹੜੀ ਰਾਹਤ ਦਿੱਤੀ ਗਈ ਹੈ, ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਰੀਓਪਨਿੰਗ ਸੰਬੰਧੀ ਜੋ ਆਪਣਾ ਪਲਾਨ ਸਾਂਝਾ ਕੀਤਾ ਗਿਆ ਸੀ, ਉਸ ਦੇ ਤੀਸਰੇ ਪੜਾਅ ਦੀ ਪ੍ਰੋਵਿੰਸ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 80% ਅਡਲਟਸ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਚੁੱਕੀ ਹੈ ਤੇ ਹੁਣ ਕਰੋਨਾ ਵਾਇਰਸ ਦੇ ਮਾਮਲੇ ਵੀ ਕਾਫੀ ਹੱਦ ਤੱਕ ਘਟਣ ਲੱਗੇ ਨੇ। ਪ੍ਰੋਵਿੰਸ ਵੱਲੋਂ ਫੁੱਲੀ ਵੈਕਸੀਨੇਟਡ ਨੂੰ ਮਾਸਕ ਪਾਉਣ ਸੰਬੰਧੀ ਰਾਹਤ ਦਿੱਤੀ ਗਈ ਹੈ। ਸੂਬੇ ਦੇ ਵਿੱਚ ਆਮ ਇੰਡੋਰ ਅਤੇ ਆਊਟਡੋਰ ਪਰਸਨਲ ਗੈਦਰਿੰਗ ਕੀਤੀ ਜਾ ਸਕਦੀ ਹੈ। ਲੰਬੇ ਸਮੇਂ ਤੋਂ ਜਿਹੜੇ ਕਾਰੋਬਾਰ ਬੰਦ ਪਏ ਉਹਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਪ੍ਰੋਵਿੰਸ ਦੇ ਵਿੱਚ ਤੀਸਰੇ ਪੜਾਅ ਦੇ ਤਹਿਤ ਆਮ ਵਾਂਗ ਇੰਡੋਰ ਅਤੇ ਆਊਟਡੋਰ ਪਰਸਨਲ ਗੈਦਰਿੰਗ ਹੋ ਸਕਣਗੀਆਂ। ਇੰਡੋਰ ਆਰਗੇਨਾਈਜ਼ਡ ਗੈਦਰਿੰਗ ਦੇ ਵਿੱਚ 50 ਜਾਣੇ ਸ਼ਾਮਿਲ ਹੋ ਸਕਦੇ ਨੇ ਜਾਂ ਫਿਰ ਵੈਨਿਊ ਦੀ ਕੈਪੈਸਿਟੀ ਦੇ ਮੁਤਾਬਕ 50% ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਹੋਵੇਗੀ। ਆਊਟਡੋਰ ਆਰਗੇਨਾਈਜ਼ਡ ਗੈਦਰਿੰਗ ਦੇ ਵਿੱਚ 5000 ਸ਼ਾਮਿਲ ਹੋ ਸਕਣਗੇ ਜਾਂ ਫਿਰ ਵੈਨਿਊ ਦੀ ਕੈਪੈਸਿਟੀ ਦੇ ਮੁਤਾਬਕ 50% ਨੂੰ ਇਕੱਠੇ ਹੋਣ ਦੀ ਇਜਾਜ਼ਤ ਹੋਵੇਗੀ। ਸੂਬੇ ਦੇ ਵਿੱਚ ਆਮ ਵਾਂਗ ਫੇਅਰ, ਫੈਸਟੀਵਲ ਅਤੇ ਟ੍ਰੇਡ ਸ਼ੋਅ ਕਰਵਾਏ ਜਾ ਸਕਣਗੇ। ਕੈਨੇਡਾ ਦੇ ਵਿੱਚ ਰੀਕ੍ਰੀਏਸ਼ਨਲ ਟਰੈਵਲ ਦੀ ਇਜਾਜ਼ਤ ਹੋਵੇਗੀ। ਕਸੀਨੋ ਮੁੜ ਤੋਂ ਖੋਲ੍ਹੇ ਜਾਣਗੇ, ਜਿਨ੍ਹਾਂ ਨੂੰ 50% ਕੈਪੈਸਿਟੀ ਦੇ ਨਾਲ ਖੋਲ੍ਹਿਆ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਾਈਟ ਕਲੱਬਸ ਨੂੰ ਵੀ ਦੁਬਾਰਾ ਤੋਂ ਖੋਲ੍ਹਿਆ ਜਾਵੇਗਾ, ਜਿੱਥੇ ਇੱਕ ਟੇਬਲ ਦੇ ਉੱਪਰ 10 ਜਾਣਿਆਂ ਦੇ ਬੈਠਣ ਦੀ ਇਜਾਜ਼ਤ ਹੋਵੇਗੀ। ਰੈਸਟੋਰੈਂਟ, ਬਾਰ ਅਤੇ ਪਬਸ ਦੇ ਵਿੱਚ ਪਹਿਲਾਂ ਵਾਂਗ ਹੀ ਲਿਕਵਰ ਸਰਵਿਸ ਜਾਰੀ ਰਹੇਗੀ। ਸਪੋਰਟਸ ਅਤੇ ਐਕਸਰਸਾਈਜ਼ ਫੈਸਿਲਿਟੀਜ਼ ਵੀ ਹੁਣ ਆਮ ਵਾਂਗ ਫਿਰ ਤੋਂ ਕੀਤੀਆਂ ਜਾ ਸਕਣਗੀਆਂ। ਇੰਡੋਰ ਪਬਲਿਕ ਸਪੇਸਿਸ ਦੇ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਮਾਸਕ ਪਹਿਨਣਾ ਹੋਵੇਗਾ, ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਨਹੀਂ ਲਗਵਾਈ ਗਈ, ਜਿਸ ਦਾ ਮਤਲਬ ਹੈ ਕਿ ਜਿਹੜੇ ਫੁੱਲੀ ਵੈਕਸੀਨੇਟਡ ਨਹੀਂ ਹਨ ਉਹਨਾਂ ਨੂੰ ਅਜੇ ਵੀ ਮਾਸਕ ਪਾਉਣ ਦੀ ਜ਼ਰੂਰਤ ਹੋਵੇਗੀ। ਪ੍ਰੋਵਿੰਸ ਦੇ ਵਿੱਚ ਵਰਕ ਸੇਫ ਬ੍ਰਿਟਿਸ਼ ਕੋਲੰਬੀਆ ਵੱਲੋਂ ਕੰਮ ਵਾਲੀਆਂ ਜਗ੍ਹਾ ਦੇ ਵਾਸਤੇ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਜਿਨ੍ਹਾਂ ਦੇ ਨਾਲ ਵਰਕ ਸਪੇਸਿਸ ਨੂੰ ਮੁੜ ਤੋਂ ਖੋਲ੍ਹਿਆ ਜਾ ਸਕਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਟੀਚਾ ਮਿਥਿਆ ਗਿਆ ਹੈ, ਉਸ ਨੂੰ ਪੂਰਾ ਕਰਨ ਦੇ ਵਾਸਤੇ ਉਹ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਹੇ ਨੇ। ਹਰ ਮਹੀਨੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਕਈ ਪੀਐਨਪੀ ਡਰਾਅ ਐਲਾਨ ਕੀਤੇ ਜਾਂਦੇ ਨੇ। ਜੂਨ ਮਹੀਨੇ ਦੌਰਾਨ ਕਿਸ ਪ੍ਰੋਵਿੰਸ ਦੇ ਵੱਲੋਂ ਕਿੰਨੇ ਪੀਐਨਪੀ ਡਰਾਅ ਕੱਢੇ ਗਏ ਅਤੇ ਕਿਹਨਾਂ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ, ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ, ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਕੈਨੇਡਾ ਦੇ ਵਿੱਚ ਜੂਨ ਮਹੀਨੇ ਦੌਰਾਨ ਕਈ ਪੀਐਨਪੀ ਡਰਾਅ ਐਲਾਨ ਕੀਤੇ ਗਏ, ਜਿੱਥੇ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਓਨਟਾਰੀਓ ਵੱਲੋਂ ਆਪਣੇ 3 ਪੀਐਨਪੀ ਡਰਾਅ ਕੱਢੇ ਗਏ, ਜਿੱਥੇ ਓਨਟਾਰੀਓ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਦੇ ਅਧੀਨ ਸੱਦੇ ਜਾਰੀ ਕੀਤੇ ਗਏ। ਪਹਿਲਾ ਡਰਾਅ ਜੂਨ 1 ਨੂੰ ਐਲਾਨ ਕੀਤਾ ਗਿਆ, ਜਿੱਥੇ 986 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਜੂਨ 16 ਨੂੰ ਜੋ ਡਰਾਅ ਕੱਢਿਆ ਗਿਆ ਉਸ ਦੇ ਵਿੱਚ 940 ਤੇ ਇਸ ਤੋਂ ਬਾਅਦ ਜੂਨ 23 ਨੂੰ ਜੋ ਡਰਾਅ ਐਲਾਨ ਕੀਤਾ ਗਿਆ ਉਸ ਦੇ ਵਿੱਚ 583 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਐਲਬਰਟਾ ਵੱਲੋਂ 2 ਡਰਾਅ ਕੱਢੇ ਗਏ, ਜਿਸ ਦੇ ਵਿੱਚ 375 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਪਹਿਲਾ ਡਰਾਅ ਜੂਨ 5 ਅਤੇ ਦੂਸਰਾ ਡਰਾਅ ਜੂਨ 22 ਨੂੰ ਐਲਾਨ ਕੀਤਾ ਗਿਆ। ਸਸਕੈਚੁਆਨ ਵੱਲੋਂ ਇੱਕ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 255 ਸੱਦੇ ਜਾਰੀ ਕੀਤੇ ਗਏ। ਮੈਨੀਟੋਬਾ ਦੇ ਵਾਸਤੇ ਜੂਨ ਮਹੀਨਾ ਕਾਫੀ ਜ਼ਿਆਦਾ ਬਿਜ਼ੀ ਰਿਹਾ, ਕਿਉਂਕਿ ਇਸ ਮਹੀਨੇ ਦੌਰਾਨ ਮੈਨੀਟੋਬਾ ਦੇ ਵਿੱਚ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਜ਼ਰੀਏ 687 ਇਨਵੀਟੇਸ਼ਨ ਦਿੱਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ 917 ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਆਪਣੇ ਡਰਾਅ ਦਾ ਐਲਾਨ ਜੂਨ 17 ਨੂੰ ਕੀਤਾ ਗਿਆ, ਜਿਸ ਦੇ ਵਿੱਚ 113 ਇਨਵੀਟੇਸ਼ਨ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਜਾਰੀ ਕੀਤੇ ਗਏ। ਇਸ ਦੇ ਵਿੱਚੋਂ ਜ਼ਿਆਦਾਤਰ ਸੱਦੇ, ਜੋ ਕਿ 101 ਸਨ, ਉਹ ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਕੈਂਡੀਡੇਟਸ ਨੂੰ ਗਏ। ਬਾਕੀ ਰਹਿੰਦੇ 12 ਇਨਵੀਟੇਸ਼ਨ ਬਿਜ਼ਨਸ ਇੰਪੈਕਟ ਕੈਂਡੀਡੇਟਸ ਨੂੰ ਜਾਰੀ ਕੀਤੇ ਗਏ, ਜਿਸ ਦੇ ਵਾਸਤੇ ਘੱਟੋ-ਘੱਟ 60 ਪੁਆਇੰਟਸ ਦੀ ਜ਼ਰੂਰਤ ਸੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਗਾਤਾਰ ਓਵਰਡੋਜ਼ ਦੇ ਕਾਰਨ ਜਾਨਾਂ ਜਾ ਰਹੀਆਂ ਨੇ। ਇਸ ਦੇ ਨਾਲ ਸੰਬੰਧਿਤ ਸਮੇਂ-ਸਮੇਂ ਦੇ ਉੱਪਰ ਅੰਕੜਾ ਸਾਂਝਾ ਕੀਤਾ ਜਾਂਦਾ ਹੈ। ਤਾਜ਼ਾ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਦੇ ਮੁਤਾਬਕ ਇਸ ਸਾਲ ਦੇ ਵਿੱਚ ਪਹਿਲੇ 5 ਮਹੀਨਿਆਂ ਦੌਰਾਨ 851 ਜਾਨਾਂ ਇਲਿਸਿਟ ਡਰੱਗ ਦੇ ਕਾਰਨ ਗਈਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਲਿਸਿਟ ਡਰੱਗ ਦੇ ਕਾਰਨ ਜੋ ਜਾਨਾਂ ਜਾ ਰਹੀਆਂ ਨੇ, ਉਸ ਦਾ ਸਿਲਸਿਲਾ ਅਜੇ ਵੀ ਜਾਰੀ ਹੈ।
2021 ਜਾਣੀ ਇਸ ਸਾਲ ਦੇ ਸ਼ੁਰੂਆਤੀ 5 ਮਹੀਨਿਆਂ ਦੇ ਵਿੱਚ 851 ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀਆਂ ਜਾਨਾਂ ਇਸ ਟੌਕਸਿਕ ਇਲਿਸਿਟ ਡਰੱਗ ਦੇ ਕਾਰਨ ਚਲੀਆਂ ਗਈਆਂ। ਮਿਨਿਸਟਰੀ ਆਫ ਪਬਲਿਕ ਸੇਫਟੀ ਐਂਡ ਸੋਲਿਸਿਟਰ ਜਨਰਲ ਬ੍ਰਿਟਿਸ਼ ਕੋਲੰਬੀਆ ਕਾਰਨਰਸ ਸਰਵਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੱਕ ਨਿਊਜ਼ ਰਿਲੀਜ਼ ਜਾਰੀ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇ ਪਹਿਲੇ 5 ਮਹੀਨਿਆਂ ਦੌਰਾਨ ਇਲਿਸਿਟ ਡਰੱਗ ਦੇ ਕਾਰਨ 851 ਜਾਨਾਂ ਚਲੀਆਂ ਗਈਆਂ। ਮਈ ਮਹੀਨੇ ਦੇ ਵਿੱਚ ਇਸ ਕਾਰਨ 160 ਮੌਤਾਂ ਹੋਈਆਂ। ਪ੍ਰੋਵਿੰਸ ਦੇ ਵਿੱਚ ਪਬਲਿਕ ਹੈਲਥ ਐਮਰਜੈਂਸੀ ਐਲਾਨ ਕੀਤਿਆਂ 5 ਸਾਲ ਤੋਂ ਵਧੇਰੇ ਸਮਾਂ ਹੋ ਚੁੱਕਿਆ ਹੈ। ਮਈ 2020 ਦੌਰਾਨ 777 ਜਾਨਾਂ ਇਸ ਦੇ ਕਾਰਨ ਗਈਆਂ ਸਨ, ਜਦਕਿ ਇਸ ਸਾਲ ਮਈ ਮਹੀਨੇ 160 ਜਾਨਾਂ ਇਲਿਸਿਟ ਡਰੱਗ ਦੇ ਕਾਰਨ ਚਲੀਆਂ ਗਈਆਂ। ਜਨਵਰੀ ਤੋਂ ਲੈ ਕੇ ਮਈ ਮਹੀਨੇ ਦੌਰਾਨ 851 ਲੋਕਾਂ ਦੀ ਜਾਨ ਇਸ ਇਲਿਸਿਟ ਡਰੱਗ ਨੇ ਲੈ ਲਈ। ਇਸ ਤੋਂ ਪਹਿਲਾਂ ਜਨਵਰੀ ਤੋਂ ਮਈ 2017 ਦੇ ਦੌਰਾਨ 704 ਜਾਨਾਂ ਇਸ ਦੇ ਕਾਰਨ ਗਈਆਂ ਸਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1 ਲੱਖ ਰੈਜ਼ੀਡੈਂਟਸ ਦੇ ਮੁਕਾਬਲੇ ਡੈਥ ਰੇਟ 39.3 ਹੈ। ਸਰੀ ਆਰਸੀਐਮਪੀ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਪਰ ਗ੍ਰਿਫਤਾਰੀ ਦੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਜੀ ਹਾਂ, ਆਰਸੀਐਮਪੀ ਵੱਲੋਂ ਇਸ ਵਿਅਕਤੀ ਨੂੰ ਮੈਂਟਲ ਹੈਲਥ ਐਕਟ ਦੇ ਅਧੀਨ ਕਾਬੂ ਕੀਤਾ ਗਿਆ, ਕਿਉਂਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਆਈਆਈਓ ਵੱਲੋਂ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਵਿਅਕਤੀ ਦੀ ਮੌਤ ਦਾ ਅਸਲ ਕਾਰਨ ਕੀ ਹੈ, ਕਿ ਇਸ ਦੇ ਪਿੱਛੇ ਪੁਲਿਸ ਕਾਰਨ ਹੈ ਜਾਂ ਫਿਰ ਨਹੀਂ। ਸਰੀ ਆਰਸੀਐਮਪੀ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਬ੍ਰਿਟਿਸ਼ ਕੋਲੰਬੀਆ ਦੇ ਇੰਡੀਪੈਂਡੈਂਟ ਜਾਂਚ ਦਫ਼ਤਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਤਹਿਤ ਉਹਨਾਂ ਨੇ ਦੱਸਿਆ ਕਿ ਸਰੀ ਦੇ ਵਿੱਚ ਸੋਮਵਾਰ ਸਵੇਰ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਆਈਆਈਓ ਦੇ ਅਨੁਸਾਰ ਸਰੀ ਆਰਸੀਐਮਪੀ ਨੂੰ 28 ਜੂਨ ਨੂੰ ਸਵੇਰੇ 12:30 ਦੇ ਕਰੀਬ ਕਈ ਵਿਅਕਤੀਆਂ ਦੀ ਕਾਲ ਮਿਲੀ, ਜਿਸ ਦੇ ਵਿੱਚ ਕਿਹਾ ਗਿਆ ਕਿ ਇੱਕ ਵਿਅਕਤੀ ਵੱਲੋਂ ਵਾਹਨਾਂ ਦੇ ਦਰਵਾਜ਼ਿਆਂ ਤੇ ਜ਼ੋਰ ਨਾਲ ਹੱਥ ਮਾਰਿਆ ਜਾ ਰਿਹਾ ਹੈ। ਇਹ ਵਿਅਕਤੀ ਝਾੜੀਆਂ ਦੇ ਵਿੱਚ ਛੁਪਿਆ ਹੋਇਆ ਸੀ। ਇਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਪੁਲਿਸ ਦੇ ਕੋਲੋਂ ਲੁਕਿਆ ਹੋਇਆ ਹੈ। ਇਸ ਵੱਲੋਂ ਆਸ-ਪਾਸ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਉਸ ਨੂੰ ਘਰ ਦੇ ਅੰਦਰ ਲੈ ਜਾਣ। 4 ਆਫੀਸਰ 134 ਏ ਸਟਰੀਟ ਦੇ 6000 ਬਲਾਕ ਦੇ ਵਿੱਚ ਪਹੁੰਚੇ, ਜਿੱਥੇ ਐਮਰਜੈਂਸੀ ਹੈਲਥ ਸਰਵਿਸ ਨੂੰ ਵੀ ਆਉਣ ਦੇ ਲਈ ਕਿਹਾ ਗਿਆ। ਆਰਸੀਐਮਪੀ ਨੇ ਇਸ ਵਿਅਕਤੀ ਨੂੰ ਮੈਂਟਲ ਹੈਲਥ ਐਕਟ ਦੇ ਅਧੀਨ ਗ੍ਰਿਫਤਾਰ ਕੀਤਾ। ਐਂਬੂਲੈਂਸ ਆਉਣ ਤੱਕ ਫਾਇਰ ਡਿਪਾਰਟਮੈਂਟ ਵੱਲੋਂ ਇਸ ਵਿਅਕਤੀ ਨੂੰ ਮੈਡੀਕਲ ਅਸਿਸਟੈਂਸ ਦਿੱਤੀ ਜਾ ਰਹੀ ਸੀ। ਪੈਰਾਮੈਡਿਕਸ ਦੇ ਵੱਲੋਂ ਇਸ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹੁਣ ਆਈਆਈਓ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਮੌਤ ਦੇ ਪਿੱਛੇ ਦਾ ਕਾਰਨ ਪੁਲਿਸ ਹੈ ਜਾਂ ਫਿਰ ਨਹੀਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਰੀ ਦੇ ਵਿੱਚ ਰਾਤ ਸਮੇਂ ਤਾਪਮਾਨ 28 ਡਿਗਰੀ ਸੈਲਸੀਅਸ ਤੇ ਸੀ। ਡੈਲਟਾ ਵੇਰੀਐਂਟ ਦਾ ਫੈਲਾਅ ਵੱਖ-ਵੱਖ ਦੇਸ਼ਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਵੀ ਇਸ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ, ਪਰ ਅਸਲ ਦੇ ਵਿੱਚ ਕਿੰਨੇ ਮਾਮਲੇ ਸਾਹਮਣੇ ਆਏ ਇਸ ਦੀ ਅਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਪਰ ਦੂਜੇ ਪਾਸੇ ਮੋਡਰਨਾ ਵੈਕਸੀਨ ਵੱਲੋਂ ਇੱਕ ਸਟੱਡੀ ਕਰਵਾਈ ਗਈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਇਹ ਟੀਕਾ ਡੈਲਟਾ ਵੇਰੀਐਂਟ ਦੇ ਖਿਲਾਫ ਅਸਰਦਾਰ ਹੈ। ਇੱਕ ਸਟੱਡੀ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਡੈਲਟਾ ਵੇਰੀਐਂਟ ਦੇ ਖਿਲਾਫ ਮੋਡਰਨਾ ਵੈਕਸੀਨ ਅਸਰਦਾਰ ਹੈ। ਡੈਲਟਾ ਵੇਰੀਐਂਟ ਦਾ ਫੈਲਾਅ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਹੋ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਡੈਲਟਾ ਵੇਰੀਐਂਟ ਭਾਰਤ ਦੇ ਵਿੱਚ ਪਾਇਆ ਗਿਆ ਸੀ। ਇੱਕ ਲੈਬ ਸਟੱਡੀ ਕਰਵਾਈ ਗਈ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਡੈਲਟਾ ਵੇਰੀਐਂਟ ਦੇ ਖਿਲਾਫ ਮੋਡਰਨਾ ਟੀਕੇ ਵੱਲੋਂ ਐਂਟੀਬਾਡੀਜ਼ ਬਣਾਈਆਂ ਜਾਂਦੀਆਂ ਨੇ। ਇਹ ਸਟੱਡੀ 8 ਪਾਰਟਿਸਪੈਂਟਸ ਦੇ ਬਲੱਡ ਸਿਰਮ ਦੇ ਉੱਪਰ ਕੀਤੀ ਗਈ ਹੈ। ਇਸ ਦੇ ਵਿੱਚ ਇਹ ਨਤੀਜਾ ਸਾਹਮਣੇ ਆਇਆ ਕਿ ਵੈਕਸੀਨੇਸ਼ਨ ਤੋਂ ਬਾਅਦ ਸਾਰੇ ਵੇਰੀਐਂਟਸ, ਜਿਸ ਦੇ ਵਿੱਚ ਬੀਟਾ ਅਤੇ ਡੈਲਟਾ ਵੀ ਸ਼ਾਮਿਲ ਹੈ, ਇਹਨਾਂ ਦੇ ਖਿਲਾਫ ਵੈਕਸੀਨ ਵੱਲੋਂ ਐਂਟੀਬਾਡੀਜ਼ ਬਣਾਈਆਂ ਜਾਂਦੀਆਂ ਨੇ। ਦੱਸੀਏ ਕਿ ਭਾਰਤ ਵੱਲੋਂ ਡਰੱਗ ਮੇਕਰ ਕਿਪਲਾ ਲਿਮਟਿਡ ਨੂੰ ਮੋਡਰਨਾ ਵੈਕਸੀਨ ਇੰਪੋਰਟ ਕਰਨ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ। ਵੈਕਸੀਨ ਕੰਪਨੀਆਂ ਵੱਲੋਂ ਸਮੇਂ-ਸਮੇਂ ਦੇ ਉੱਪਰ ਆਪਣੇ ਵੈਕਸੀਨ ਦੀ ਸਟੱਡੀ ਕਰਵਾਈ ਜਾਂਦੀ ਹੈ, ਜਿਸ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਕਿਸ ਵੇਰੀਐਂਟ ਦੇ ਖਿਲਾਫ ਕਿਹੜੀ ਵੈਕਸੀਨ ਵੱਧ ਅਸਰਦਾਰ ਹੈ। ਮੋਡਰਨਾ ਵੈਕਸੀਨ ਦੇ ਬਾਰੇ ਹੁਣ ਇਹੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਡੈਲਟਾ ਵੇਰੀਐਂਟ ਦੇ ਖਿਲਾਫ ਇਸ ਵੈਕਸੀਨ ਵੱਲੋਂ ਐਂਟੀਬਾਡੀਜ਼ ਬਣਾਏ ਜਾਂਦੇ ਨੇ, ਜਿਸ ਦਾ ਮਤਲਬ ਹੈ ਕਿ ਇਸ ਤੇਜ਼ੀ ਦੇ ਨਾਲ ਫੈਲਣ ਵਾਲੇ ਵੇਰੀਐਂਟ ਦੇ ਖਿਲਾਫ ਮੋਡਰਨਾ ਟੀਕਾ ਅਸਰਦਾਰ ਹੈ। ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਜਿੰਨਾ ਅਸਲ ਕੋਰੋਨਾ ਵਾਇਰਸ ਦੇ ਕਾਰਨ ਮੌਤ ਦਾ ਅੰਕੜਾ ਸਾਂਝਾ ਕੀਤਾ ਗਿਆ, ਕੈਨੇਡਾ ਦੇ ਵਿੱਚ ਇਸ ਤੋਂ ਕਾਫੀ ਜ਼ਿਆਦਾ ਮੌਤਾਂ ਹੋਈਆਂ ਹਨ। ਇਸ ਰਿਪੋਰਟ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ ਅਸਲ ਅੰਕੜੇ ਸਾਂਝੇ ਨਹੀਂ ਕੀਤੇ ਗਏ।
ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਕੈਨੇਡਾ ਦੇ ਵਿੱਚ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ ਵੱਧ ਹੋ ਸਕਦਾ ਹੈ। ਜੀ ਹਾਂ, ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਆਫੀਸ਼ੀਅਲ ਕਾਊਂਟ ਦੇ ਮੁਕਾਬਲੇ ਕੈਨੇਡਾ ਦੇ ਵਿੱਚ ਵੱਧ ਮੌਤਾਂ ਹੋਈਆਂ ਹਨ। ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਨ ਕੈਨੇਡਾ ਦੇ ਵਿੱਚ 26,000 ਤੋਂ ਵੱਧ ਜਾਨਾਂ ਗਈਆਂ। ਇਸ ਦੇ ਉੱਪਰ ਰਿਸਰਚਰਜ਼ ਦਾ ਕਹਿਣਾ ਹੈ ਕਿ ਸਰਕਾਰੀ ਅੰਕੜਿਆਂ ਤੋਂ ਜ਼ਿਆਦਾ ਮੌਤਾਂ ਇਸ ਵਾਇਰਸ ਦੇ ਕਾਰਨ ਹੋਈਆਂ ਨੇ। ਰਾਇਲ ਸੁਸਾਇਟੀ ਆਫ ਕੈਨੇਡਾ ਵੱਲੋਂ ਇੱਕ ਰਿਪੋਰਟ ਪਬਲਿਸ਼ ਕੀਤੀ ਗਈ ਹੈ। ਇਸ ਰਿਪੋਰਟ ਦੇ ਵਿੱਚ ਅੰਦਾਜ਼ਾ ਲਗਾਇਆ ਗਿਆ ਕਿ ਫਰਵਰੀ 1 ਤੋਂ ਨਵੰਬਰ 28, 2020 ਦੇ ਦੌਰਾਨ ਲਗਭਗ 6,000 ਜਾਨਾਂ, ਜਿਨ੍ਹਾਂ ਲੋਕਾਂ ਦੀ ਉਮਰ 45 ਸਾਲ ਅਤੇ ਇਸ ਤੋਂ ਵੱਧ ਸੀ, ਉਹਨਾਂ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋਈ ਹੈ। ਇਹ ਜਾਣਕਾਰੀ ਆਫੀਸ਼ੀਅਲ ਸਟੈਟਿਸਟਿਕਸ ਦੇ ਮੁਤਾਬਕ ਸਾਂਝੀ ਕੀਤੀ ਗਈ। ਰਿਪੋਰਟ ਦੇ ਵਿੱਚ ਕਿਹਾ ਹੈ ਕਿ ਅਸਲ ਮੌਤਾਂ ਦਾ ਅੰਕੜਾ ਇਸ ਦੇ ਵਿੱਚ ਨਹੀਂ ਸਾਂਝਾ ਕੀਤਾ ਗਿਆ। ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2/3 ਡੈਥ ਟੋਲ ਸਾਂਝਾ ਨਹੀਂ ਕੀਤਾ ਗਿਆ। ਡਾਕਟਰ ਸਮੀਰ ਸਿਨਹਾ ਦਾ ਕਹਿਣਾ ਹੈ ਕਿ ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਸਾਇਲੈਂਟ ਡੈਥ ਹੋਈ ਹੈ, ਉਹਨਾਂ ਦੇ ਬਾਰੇ ਸਾਡੇ ਵੱਲੋਂ ਗੱਲ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰ ਸੋਚਦੇ ਨੇ ਕਿ ਉਹਨਾਂ ਦੇ ਘਰ ਦੇ ਜੀਅ ਦੀ ਮੌਤ ਹਾਰਟ ਅਟੈਕ ਜਾਂ ਫਿਰ ਕਿਸੇ ਹੋਰ ਕਾਰਨ ਦੇ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਜਿਨ੍ਹਾਂ ਦੀਆਂ ਮੌਤਾਂ ਕੋਰੋਨਾ ਵਾਇਰਸ ਦੇ ਕਾਰਨ ਹੋਈਆਂ, ਉਹਨਾਂ ਵਿੱਚੋਂ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਸਰਕਾਰੀ ਅੰਕੜੇ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਰਿਪੋਰਟ ਦੇ ਵਿੱਚ ਕਿਹਾ ਹੈ ਕਿ 25% ਅਜਿਹੀਆਂ ਮੌਤਾਂ ਹਨ ਜਿਨ੍ਹਾਂ ਨੂੰ ਸਟੈਟਿਸਟਿਕਸ ਦੇ ਵਿੱਚ ਸਾਂਝਾ ਨਹੀਂ ਕੀਤਾ ਗਿਆ। ਇਹ ਮੌਤਾਂ ਫਰੰਟਲਾਈਨ ਅਤੇ ਐਸੈਂਸ਼ੀਅਲ ਵਰਕਰਸ ਦੀਆਂ ਦੱਸੀਆਂ ਗਈਆਂ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਟੋਰਾਂਟੋ ਦੇ ਵਿੱਚੋਂ 57% ਇਮੀਗ੍ਰੈਂਟ ਸਨ ਜਿਨ੍ਹਾਂ ਦੀ ਕੋਰੋਨਾ ਦੇ ਕਾਰਨ ਜਾਨ ਚਲੀ ਗਈ। ਸਟੱਡੀ ਆਥਰਸ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਕਾਊਂਟ ਨੂੰ ਬਦਲਣਾ ਚਾਹੀਦਾ ਹੈ। ਕੈਨੇਡਾ ਦੇ ਵਿੱਚ 30% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ 2 ਡੋਜ਼ ਲਗਾਏ ਜਾ ਚੁੱਕੇ ਹਨ, ਜਿਸ ਦਾ ਮਤਲਬ ਹੈ ਕਿ ਕੈਨੇਡਾ ਦੇ ਵਿੱਚ 30% ਤੋਂ ਵੱਧ ਫੁੱਲੀ ਵੈਕਸੀਨੇਟਡ ਹਨ। ਇਸ ਤੋਂ ਪਹਿਲਾਂ ਜੋ ਟੀਕੇ ਦੇ ਨਾਲ ਸੰਬੰਧਿਤ ਕੈਨੇਡਾ ਵੱਲੋਂ ਟੀਚਾ ਮਿੱਥਿਆ ਗਿਆ ਸੀ, ਉਸ ਨੂੰ ਪੂਰਾ ਕਰ ਲਿਆ ਗਿਆ। ਕੈਨੇਡਾ ਦੇ ਵਿੱਚ 30% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 2 ਡੋਜ਼ ਲੱਗ ਚੁੱਕੀ ਹੈ। ਕੈਨੇਡਾ ਦੇ ਵਿੱਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਾਮਲੇ ਵੀ ਲਗਾਤਾਰ ਘਟ ਹੋ ਰਹੇ ਨੇ ਤੇ ਦੂਜੇ ਪਾਸੇ ਜਿਨ੍ਹਾਂ ਦੀ ਉਮਰ 12 ਸਾਲ ਅਤੇ ਇਸ ਤੋਂ ਵੱਧ ਹੈ, ਅਜਿਹੇ 30% ਕੈਨੇਡੀਅਨਸ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਾਏ ਜਾ ਚੁੱਕੇ ਨੇ। ਇਸ ਦਾ ਮਤਲਬ ਹੈ ਕਿ ਕੈਨੇਡਾ ਦੇ ਵਿੱਚ 30% ਤੋਂ ਵੱਧ ਕੈਨੇਡੀਅਨਸ ਫੁੱਲੀ ਵੈਕਸੀਨੇਟਡ ਹਨ। ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਵਿੱਚ 31.9% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਾਏ ਗਏ। ਇਹ ਜਾਣਕਾਰੀ ਕੋਵਿਡ-19 ਵੈਕਸੀਨ ਟਰੈਕਰ ਤੋਂ ਹਾਸਲ ਹੋਈ ਹੈ। ਇਸ ਦੇ ਨਾਲ ਹੀ 77% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਚੁੱਕੀ ਹੈ। ਕੈਨੇਡਾ ਦਾ ਪੂਰੇ ਵਿਸ਼ਵ ਦੇ ਵਿੱਚੋਂ 4th ਫਾਸਟੈਸਟ ਰੇਟ ਹੈ, ਕਿਉਂਕਿ ਇੱਥੇ ਵੱਧ ਤੇਜ਼ੀ ਦੇ ਨਾਲ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ। ਦੂਜੇ ਪਾਸੇ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੈਰੇਸਾ ਟੀਮ ਵੱਲੋਂ ਡੈਲਟਾ ਵੇਰੀਐਂਟ ਨੂੰ ਲੈ ਕੇ ਆਪਣੀ ਚਿੰਤਾ ਦਾ ਵੀ ਪ੍ਰਗਟਾਵਾ ਕੀਤਾ ਗਿਆ ਹੈ। ਟੀਮ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੇਸ਼ ਦੇ ਵਿੱਚ ਡੈਲਟਾ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਨੇ, ਪਰ ਇਸ ਦੇ ਨਾਲ ਸੰਬੰਧਿਤ ਅਸਲ ਅੰਕੜਾ ਸਾਂਝਾ ਨਹੀਂ ਕੀਤਾ ਗਿਆ। ਫੈਡਰਲ ਡਾਟਾ ਦੇ ਮੁਤਾਬਕ ਇਹ ਵੇਰੀਐਂਟ ਉਹਨਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦਾ ਕੋਈ ਸ਼ਾਟ ਨਹੀਂ ਲਗਵਾਇਆ ਗਿਆ ਜਾਂ ਫਿਰ ਇੱਕ ਸ਼ਾਟ ਲਗਵਾਇਆ ਗਿਆ ਹੈ। ਦੂਜੇ ਪਾਸੇ ਪ੍ਰੋਵਿੰਸਸ ਦੇ ਵੱਲੋਂ ਜੋ ਆਪਣੀ ਰੀਓਪਨਿੰਗ ਪਲਾਨ ਸਾਂਝੇ ਕੀਤੇ ਗਏ ਨੇ, ਉਹਨਾਂ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ। ਸਸਕੈਚੁਆਨ ਅਤੇ ਐਲਬਰਟਾ ਵੱਲੋਂ ਜੁਲਾਈ ਮਹੀਨੇ ਦੇ ਵਿੱਚ ਕੋਵਿਡ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ, ਜਿਸ ਦੇ ਵਿੱਚ ਮਾਸਕ ਪਾਉਣ ਦੀ ਪਾਬੰਦੀ ਵੀ ਸ਼ਾਮਲ ਹੈ। ਕੈਨੇਡਾ ਵਾਸੀਆਂ ਦੇ ਲਈ ਇਹ ਚੰਗੀ ਖਬਰ ਹੈ ਕਿ ਵੱਧ ਆਬਾਦੀ ਨੂੰ ਜਲਦ ਹੀ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ। ਬਹੁਤ ਸਾਰੇ ਅਮਰੀਕਨਸ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ, ਪਰ ਜਿਨ੍ਹਾਂ ਨੂੰ ਵੈਕਸੀਨ ਨਹੀਂ ਲੱਗੀ ਉਹਨਾਂ ਦੇ ਲਈ ਡੈਲਟਾ ਵੇਰੀਐਂਟ ਦਾ ਖਤਰਾ ਵਧਦਾ ਜਾ ਰਿਹਾ ਹੈ। CDC ਵੱਲੋਂ ਜੋ ਗਾਈਡੈਂਸ ਜਾਰੀ ਕੀਤੀ ਗਈ ਹੈ, ਉਸ ਦੇ ਉੱਪਰ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਅਮਰੀਕਾ ਵੱਲੋਂ ਜੋ ਅਮਰੀਕਨਸ ਨੂੰ ਕੋਰੋਨਾ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਗਈ ਹੈ, ਪਰ ਡੈਲਟਾ ਵੇਰੀਐਂਟ ਦੇ ਫੈਲਾਅ ਤੋਂ ਬਾਅਦ ਇਹਨਾਂ ਦੇ ਉੱਪਰ ਮੁੜ ਤੋਂ ਵਿਚਾਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਸੰਬੰਧਿਤ ਮਾਹਰਾਂ ਵੱਲੋਂ ਵੀ ਸਲਾਹ ਦਿੱਤੀ ਜਾ ਰਹੀ ਹੈ। US ਦੇ ਵਿੱਚ ਡੈਲਟਾ ਵੇਰੀਐਂਟ ਕਾਫੀ ਜ਼ਿਆਦਾ ਹਾਵੀ ਹੁੰਦਾ ਜਾ ਰਿਹਾ ਹੈ। ਇਸ ਤੋਂ ਬਾਅਦ ਜੋ ਕੋਰੋਨਾ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਗਈ ਸੀ, ਉਸ ਦੇ ਉੱਪਰ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ। ਅਮਰੀਕਾ ਦੇ ਹਰ ਸੂਬੇ ਦੇ ਵਿੱਚ ਡੈਲਟਾ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਪਾਏ ਜਾ ਰਹੇ ਹਨ। ਇਹ ਵੇਰੀਐਂਟ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਫੈਲਦਾ ਹੈ, ਇਸ ਕਰਕੇ ਇਸ ਵੇਰੀਐਂਟ ਨੂੰ ਲੈ ਕੇ ਚਿੰਤਾ ਦਾ ਵੀ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਇਹ ਵੇਰੀਐਂਟ ਭਾਰਤ ਦੇ ਵਿੱਚ ਪਾਇਆ ਗਿਆ ਸੀ ਤੇ ਹੁਣ ਕਈ ਦੇਸ਼ਾਂ ਦੇ ਵਿੱਚ ਇਸ ਦਾ ਫੈਲਾਅ ਦੇਖਿਆ ਜਾ ਰਿਹਾ ਹੈ। ਅਮਰੀਕਾ ਦੇ ਵਿੱਚ ਇਸ ਸਮੇਂ ਹਾਲਾਤ ਇਹ ਬਣੇ ਹੋਏ ਨੇ ਕਿ ਹਰ 5 ਵਿੱਚੋਂ ਇੱਕ ਮਾਮਲਾ ਡੈਲਟਾ ਵੇਰੀਐਂਟ ਦੇ ਨਾਲ ਜੁੜਿਆ ਹੋਇਆ ਹੈ।
CDC ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਅੱਧੇ ਤੋਂ ਜ਼ਿਆਦਾ ਆਬਾਦੀ ਨੂੰ ਕੋਵਿਡ-19 ਵੈਕਸੀਨ ਲੱਗਣੀ ਅਜੇ ਬਾਕੀ ਹੈ, ਜਿਸ ਦਾ ਮਤਲਬ ਹੈ ਕਿ ਅੱਧੇ ਤੋਂ ਵੱਧ ਆਬਾਦੀ ਅਜੇ ਫੁੱਲੀ ਵੈਕਸੀਨੇਟਡ ਨਹੀਂ ਹੈ। ਇਸ ਦੇ ਕਾਰਨ ਇਸ ਵੇਰੀਐਂਟ ਨੂੰ ਲੈ ਕੇ ਸਿਹਤ ਮਾਹਰਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿੱਥੇ ਉਹਨਾਂ ਵੱਲੋਂ ਫਾਲ ਅਤੇ ਵਿੰਟਰ ਨੂੰ ਲੈ ਕੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਨਵੀਂ ਸਲਾਹ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਫੁੱਲੀ ਵੈਕਸੀਨੇਟਡ ਵੀ ਮਾਸਕ ਪਾ ਕੇ ਰੱਖਣ। ਮਾਹਰਾਂ ਵੱਲੋਂ ਦੱਸਿਆ ਗਿਆ ਹੈ ਕਿ ਮੋਡਰਨਾ ਅਤੇ ਫਾਈਜ਼ਰ ਇਸ ਵੇਰੀਐਂਟ ਦੇ ਖਿਲਾਫ ਅਸਰਦਾਰ ਹੈ, ਪਰ ਦੂਜੇ ਪਾਸੇ LA ਪਬਲਿਕ ਹੈਲਥ ਡਾਇਰੈਕਟਰ ਬਾਰਬਰਾ ਵੱਲੋਂ ਕਿਹਾ ਗਿਆ ਹੈ ਕਿ ਇਸ ਸੰਬੰਧੀ ਅਜੇ ਕੋਈ ਵੀ ਸਪਸ਼ਟ ਜਾਣਕਾਰੀ ਨਹੀਂ ਹੈ। ਅਮਰੀਕਾ ਦੇ ਵਿੱਚ ਕੋਵਿਡ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹਨਾਂ ਦੇ ਵਿੱਚ ਰਾਹਤ ਦਿੱਤੀ ਗਈ ਹੈ। CDC ਵੱਲੋਂ ਜੋ ਗਾਈਡੈਂਸ ਜਾਰੀ ਕੀਤੀ ਗਈ, ਉਸ ਦੇ ਵਿੱਚ ਉਹਨਾਂ ਕਿਹਾ ਕਿ ਫੁੱਲੀ ਵੈਕਸੀਨੇਟਡ ਅਮਰੀਕਨਜ਼ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ, ਪਰ ਹੁਣ ਡੈਲਟਾ ਵੇਰੀਐਂਟ ਦੇ ਫੈਲਾਅ ਤੋਂ ਬਾਅਦ ਇਹਨਾਂ ਪਾਬੰਦੀਆਂ ਸੰਬੰਧੀ ਜੋ ਰਾਹਤ ਦਿੱਤੀ ਗਈ ਹੈ, ਉਸ ਨੂੰ ਲੈ ਕੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਵੇਰੀਐਂਟ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਤੇ ਇਸ ਦਾ ਅਮਰੀਕਾ ਦੇ ਵਿੱਚ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। IRCC ਵੱਲੋਂ ਅਰਜ਼ੀਆਂ ਜਮ੍ਹਾਂ ਕਰਾਉਣ ਦਾ ਸਮਾਂ ਬਦਲਿਆ ਗਿਆ ਹੈ। ਜੀ ਹਾਂ, IRCC ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਨੂੰ ਇਨਵੀਟੇਸ਼ਨ ਮਿਲੇ ਨੇ, ਹੁਣ ਅਰਜ਼ੀ ਜਮ੍ਹਾਂ ਕਰਵਾਉਣ ਦੇ ਵਾਸਤੇ ਉਹਨਾਂ ਦੇ ਕੋਲ 60 ਦਿਨ ਦਾ ਸਮਾਂ ਹੋਵੇਗਾ। ਇਸ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਕਾਰਨ ਇਹ ਜਿਹੜਾ ਸਮਾਂ ਸੀ, ਇਸ ਨੂੰ 90 ਦਿਨ ਦਾ ਕੀਤਾ ਗਿਆ ਸੀ, ਪਰ ਹੁਣ ਇੱਕ ਵਾਰ ਫਿਰ ਤੋਂ ਇਸ ਨੂੰ 60 ਦਿਨਾਂ ਦਾ ਕਰ ਦਿੱਤਾ ਗਿਆ ਹੈ, ਜਦੋਂ ਉਮੀਦਵਾਰ ਨੂੰ ਆਪਣੀ ਅਰਜ਼ੀ ਜਮ੍ਹਾਂ ਕਰਵਾਉਣੀ ਹੋਵੇਗੀ। IRCC ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਉਮੀਦਵਾਰਾਂ ਨੂੰ ਸੱਦੇ ਮਿਲੇ ਸਨ, ਉਹਨਾਂ ਕਲਾਇੰਟਸ ਦੇ ਕੋਲ ਆਪਣੀ PR ਐਪਲੀਕੇਸ਼ਨ ਜਮ੍ਹਾਂ ਕਰਵਾਉਣ ਦੇ ਲਈ 60 ਦਿਨ ਦਾ ਸਮਾਂ ਹੋਵੇਗਾ। ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਤੁਹਾਨੂੰ ਜੂਨ 29, 2021 ਤੋਂ ਪਹਿਲਾਂ ਇਨਵੀਟੇਸ਼ਨ ਮਿਲਿਆ ਤਾਂ ਤੁਹਾਡੇ ਕੋਲ ਅਜੇ ਵੀ 90 ਦਿਨ ਦਾ ਸਮਾਂ ਹੋਵੇਗਾ ਆਪਣੀ ਐਪਲੀਕੇਸ਼ਨ ਪੂਰੀ ਕਰਨ ਦੇ ਲਈ। IRCC ਵੱਲੋਂ ਸਾਰੀ ਜਾਣਕਾਰੀ ਨਿਊਜ਼ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦੇ ਜਾਰੀ ਹੋਏ ਹਨ, ਉਹਨਾਂ ਦੇ ਕੋਲ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾਉਣ ਦੇ ਲਈ 60 ਦਿਨ ਦਾ ਸਮਾਂ ਹੋਵੇਗਾ। ਦੱਸ ਦਈਏ ਕਿ ਪੈਂਡੈਮਿਕ ਦੀ ਸ਼ੁਰੂਆਤ ਦੇ ਵਿੱਚ ਇਸ ਸਮੇਂ ਨੂੰ 60 ਦਿਨਾਂ ਤੋਂ ਵਧਾ ਕੇ 90 ਦਿਨ ਕਰ ਦਿੱਤਾ ਗਿਆ ਸੀ, ਤਾਂ ਕਿ ਉਮੀਦਵਾਰ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ। ਜਿਵੇਂ ਹੀ ਕੈਨੇਡਾ ਵੱਲੋਂ ਹੁਣ ਜ਼ਿਆਦਾ ਤੋਂ ਜ਼ਿਆਦਾ ਨਿਊ ਕਮਰਸ ਦਾ ਸਵਾਗਤ ਕੀਤਾ ਜਾ ਰਿਹਾ ਹੈ, ਇਸ ਤੋਂ ਬਾਅਦ IRCC ਵੱਲੋਂ ਇਸ ਸਮੇਂ ਨੂੰ ਫਿਰ ਤੋਂ 60 ਦਿਨਾਂ ਦਾ ਕਰ ਦਿੱਤਾ ਗਿਆ ਹੈ, ਜਿਸ ਦੇ ਵਿੱਚ ਉਮੀਦਵਾਰਾਂ ਨੂੰ ਆਪਣੀ ਅਰਜ਼ੀ ਜਮ੍ਹਾਂ ਕਰਵਾਉਣੀ ਹੋਵੇਗੀ। IRCC ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਿਹੜੇ ਉਮੀਦਵਾਰਾਂ ਨੂੰ ਜੂਨ 29, 2021 ਤੋਂ ਪਹਿਲਾਂ ਇਨਵੀਟੇਸ਼ਨ ਮਿਲੇ ਹਨ, ਉਹਨਾਂ ਦੇ ਕੋਲ ਅਜੇ ਵੀ 90 ਦਿਨ ਦਾ ਸਮਾਂ ਹੋਵੇਗਾ ਤਾਂ ਕਿ ਉਹ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾਉਣ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਨਾਲ ਹੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕੀ ਮੌਜੂਦਾ ਹਾਲਾਤ ਹਨ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 299 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 5,44,713 ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਟੋਰਾਂਟੋ ਤੋਂ 130, ਵਾਟਰਲੂ ਰੀਜਨ ਤੋਂ 69, ਪੀਲ ਰੀਜਨ ਤੋਂ 20 ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 9,154 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਹਨ। ਓਨਟਾਰੀਓ ਦੇ ਵਿੱਚ 257 ਦੇ ਕਰੀਬ ਮਰੀਜ਼ ਹਸਪਤਾਲ ਦੇ ਵਿੱਚ ਨੇ, 276 ਮਰੀਜ਼ਾਂ ਦੀ ਗਿਣਤੀ ਇੰਟੈਂਸਿਵ ਕੇਅਰ ਅਧੀਨ ਹਨ ਅਤੇ 185 ਮਰੀਜ਼ ICU ਦੇ ਵਿੱਚ ਵੈਂਟੀਲੇਟਰ ਦੇ ਉੱਪਰ ਹਨ। ਕਿਊਬੈਕ ਤੋਂ 24 ਘੰਟਿਆਂ ਦੌਰਾਨ 71 ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 24 ਘੰਟਿਆਂ ਦੌਰਾਨ 4 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਹਨ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 3,74,731 ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,207 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 122 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 31 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਦੇ ਵਿੱਚ 81.1% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 27.4% ਦੀ ਆਬਾਦੀ ਨੂੰ 2 ਡੋਜ਼ ਲੱਗ ਚੁੱਕੀਆਂ ਹਨ। ਮੈਨੀਟੋਬਾ ਦੇ ਵਿੱਚ 24 ਘੰਟਿਆਂ ਦੌਰਾਨ ਕੋਈ ਵੀ ਜਾਨ ਨਹੀਂ ਗਈ ਅਤੇ 61 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਤੋਂ ਹੁਣ ਤੱਕ 14.1 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 26,269 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 13.8 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਂ ਖਬਰਾਂ ਦੇ ਉੱਪਰ। ਗਰਮੀ ਨੇ ਤੋੜੇ ਸਾਰੇ ਰਿਕਾਰਡ, ਗਰਮੀ ਦੇ ਕਾਰਨ ਹੋਈਆਂ ਕਈ ਮੌਤਾਂ।
에ਅਰ ਕੈਨੇਡਾ ਨੇ ਭਾਰਤ ਦੀਆਂ ਉਡਾਨਾਂ ਦੇ ਬਾਰੇ ਦਿੱਤੀ ਜਾਣਕਾਰੀ। ਟਵਿੱਟਰ ਤੇ ਦੱਸਿਆ ਕਦੋਂ ਸ਼ੁਰੂ ਹੋਣਗੀਆਂ ਭਾਰਤ ਦੇ ਨਾਲ ਉਡਾਨਾਂ। ਬ੍ਰਿਟਿਸ਼ ਕੋਲੰਬੀਆ 'ਚ ਲਾਗੂ ਹੋਣ ਜਾ ਰਿਹਾ ਤੀਸਰਾ ਪੜਾਅ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਾਸਕ ਪਾਉਣ ਤੋਂ ਦਿੱਤੀ ਗਈ ਰਾਹਤ। ਜੂਨ ਮਹੀਨੇ ਨਿਕਲੇ ਕਈ PNP ਡਰਾਅ, ਜਾਣੋ ਕਿੰਨੇ ਉਮੀਦਵਾਰਾਂ ਨੂੰ ਮਿਲੇ ਸੱਦੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਵਰਡੋਜ਼ ਦੇ ਕਾਰਨ ਗਈਆਂ ਕਈ ਜਾਨਾਂ। ਸਾਲ ਦੇ ਪਹਿਲੇ 5 ਮਹੀਨਿਆਂ ਦੌਰਾਨ 851 ਮੌਤਾਂ। ਸਰੀ RCMP ਨੇ ਕੀਤਾ ਵਿਅਕਤੀ ਕਾਬੂ, ਕੁਝ ਸਮੇਂ ਬਾਅਦ ਹੋਈ ਵਿਅਕਤੀ ਦੀ ਮੌਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।